गगन दमामा बाजियो परयो निशान कहाओ। खेत जो मांड्यो सूरमा अब जूझन को दाओ। सूरा सो पहचानिया जो लड़ा दीन के हेत। पुरजा पुरजा कट मरै कबहू न छाड़ खेत। डिठे सबे थावा डिठे सबे थावा नहीं तुद जेहया। बदहो पुरख विधाते ता तू सोहया। वसदी सघन अपार अनूप रामदासपुर। हर हा नानक कसमल जाए नाय रामदास सर। डिठे सभे थावा नहीं तुद जेहया। बदहो पुरख विधाते ता तू सोहया। वसदी सघन अपार अनूप रामदासपुर। हर हा नानक कसमल जाए नाय रामदास सर। हम अवगुण परे एक गुण नाही। अमृत छाड़ बिख बिख माया मोह परम पै भूले। सुत दारा स्यों एक उत्तम पंथ सुन्यो गुर संगत। तेह मिलंत जम एक अरदास पाठ कीरत की। गुर रामदास राखो सो कहो टल गुर सेविय। अहनस सहज सो पाए। दर्शन परस्य गुरु कै जन्म मरण दुख जाए। होवै सिफत खसंबंधी नूर हर सोह कुर सोह चटिया। खुद डिठे सच्चे पातशाह मल जन्म जन्म दे कटिया। सज्जन सच्चा पातशाह सिर साहै साहो। जिस पास बैठया सोहिया सबना दा साहो। सतनाम श्री वाहिगुरु साहिब जी। मारो महला पंजवा। पातत उदाहरण तारन बाल बाल बल बल जाइए। ऐसा कोई भेटै संत जित हर हरे हर ध्याईऐ।
ਆਤਤ ਉਦਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੇਟੈ ਸੰਤ ਜਿਤ ਹਰ ਹਰੇ ਹਰ ਧਿਆਈਐ ਮੋਕੋ ਕੋਇ ਨਾ ਜਾਣਤ ਕਹਿਤ ਦਾਸ ਤੁਮਾਰਾ ਏਹਾ ਓਟ ਆਧਾਰਾ ਰਹਾਉ ਸਰਬ ਧਾਰਨ ਪ੍ਰਤਪਾਰਨ ਇਕ ਬਿਨੋ ਦੀਨਾ ਤੁਮਰੀ ਬਿਦ ਤੁਮ ਹੀ ਜਾਨੋ ਹੋ ਤੁਮ ਜਲ ਹਮ ਮੀਨਾ ਪੂਰਨ ਬਿਸਥਿਰਨ ਸੁਆਮੀ आहे आयो पाछै सगलो भूमंडल खंडल प्रभ तुम ही आछै अटल अखयो देव मोहन अलख अपारा दान पावो संता संग नानक रेन दासारा अटल अखयो देव मोहन अलख अपारा दान पावो संता संग नानक रेन दासारा। वाहिगुरु जी का खालसा वाहिगुरु जी की फतेह। जुगो जुग अटल सतगुरु श्री गुरु ग्रंथ साहिब जी महाराज जी दी पाक पवित्र हजूरी च ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਜੁੜ ਕੇ ਮਾਘ ਦੇ ਮਹੀਨੇ ਦੀ ਸੰਕਰਾਂਤ ਦਾ ਦਿਨ ਜਾਣਦਿਆਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਅੱਜ ਦੇ ਦਿਨ ਤੋਂ ਸਤਿਗੁਰਾਂ ਦੇ ਪਾਵਨ ਸਥਾਨਾਂ ਤੇ ਅਰਦਾਸ ਬੇਨਤੀਆਂ ਕਰਕੇ ਸਤਿਗੁਰੂ श्री गुरु ग्रंथ साहिब जी महाराज जी दे प्यारे राग बसंत राग की प्रारंभता हुंदी है। रागी ਸਿੰਘਾਂ ने आसा जी की वार की समाप्ति तो उपरंत बसंत की वार गाई है। अज दे दिन तो बसंत प्रारंभ हुंदा है। एको राग ऐसा राग है बसंत ਜਿਹੜਾ ਹੋਲੇ ਮਹੱਲੇ ਦੀ ਰਾਤ ਤੱਕ ਤਕਰੀਬਨ 2-2.5 ਮਹੀਨੇ ਤੱਕ ਅੱਠੇ ਪਹਿਰਾਂ ਵਿੱਚ ਕਦੇ ਵੀ ਗਾਇਆ ਜਾ ਸਕਦਾ ਹੈ ਔਰ ਇਸੇ 2 ਮਹੀਨਿਆਂ ਦੇ ਦੌਰਾਨ ਇਸ ਰਾਗ ਨੂੰ ਗਾਇਨ ਕੀਤਾ ਜਾਂਦਾ ਹੈ। ਬਸੰਤ ਰਾਗ ਖੇੜੇ ਦਾ ਰਾਗ ਹੈ। ਜਿਵੇਂ ਬਸੰਤ ਰੁੱਤ ਖੇੜੇ ਦੀ ਰੁੱਤ ਹੁੰਦੀ ਹੈ ਨਾ, ਪੱਤਝੜ ਦੀ ਰੁੱਤ ਤੋਂ ਬਾਅਦ ਦਰਖਤਾਂ ਦੇ ਵਿੱਚੋਂ ਨਵੇਂ ਪੱਤੇ ਪੈਦਾ ਹੁੰਦੇ ਆ ਜਦੋਂ ਚੇਤਰ ਦੇ ਮਹੀਨੇ ਦੌਰਾਨ, ਤਾਂ ਉਹ ਖੇੜਾ ਪੈਦਾ ਹੁੰਦਾ ਸਾਰੀ ਬਨਸਪਤੀ ਵਿੱਚ। ਤੋ
ਸਾਰੀ ਬਨਸਪਤੀ ਜਦੋਂ ਖਿੜਦੀ ਹੈ ਤਾਂ ਉਹਦਾ ਜ਼ਿਕਰ ਗੁਰਦੇਵ ਨੇ ਗੁਰਬਾਣੀ 'ਚ ਕੀਤਾ, ਬਸੰਤ ਰੁੱਤ ਆਇਆ ਪਰ ਫੂਲ ਧਰ, ਬਸੰਤ ਰੁੱਤ ਆਈ ਪਰ ਫੂਲ ਧਰ ਰਹੇ। ਹੁਣ ਕਈ ਗੁਰਮੁਖਾਂ ਦੇ ਮਨਾਂ ਵਿੱਚ ਇਹ ਸਵਾਲ ਹੁੰਦਾ ਵੀ ਜੇ ਚੇਤਰ ਦੇ ਮਹੀਨੇ 'ਚ ਬਸੰਤ ਰੁੱਤ ਆਰੰਭ ਹੁੰਦੀ ਹੈ ਤੇ ਗੁਰੂ ਘਰ ਦੇ ਵਿੱਚ ਰਾਗ ਬਸੰਤ ਗਾਇਨ ਕਰਨ ਦੀ ਮਰਿਆਦਾ ਅੱਜ ਮਾਘ ਮਹੀਨੇ ਦੀ ਸੰਕਰਾਂਤ ਤੋਂ ਹੀ ਆਰੰਭ ਹੋ ਜਾਂਦੀ ਹੈ, ਵੀ ਇਹਦਾ ਕੀ ਕਾਰਨ ਹੈ? ਬਸੰਤ ਰੁੱਤ ਤਾਂ ਹਾਲੇ ਚੇਤਰ 'ਚ ਸ਼ੁਰੂ ਹੋਣੀ। ਇਹਦੇ ਬਾਰੇ ਮਹਾਂਪੁਰਸ਼ ਦੱਸਦੇ ਹੈ ਕਿ ਪਹਿਲ ਬਸੰਤ ਆਗਮਨ ਪਹਿਲਾ ਮੌਲਿਉਸ ਹੋਏ, ਕਿ ਬਸੰਤ ਦੇ ਆਗਮਨ ਤੋਂ ਪਹਿਲਾਂ ਹੀ ਖੇੜਾ ਪੈਦਾ ਹੋ ਜਾਏ। ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠਦਾ ਹੈ, ਪਰ ਅੰਮ੍ਰਿਤ ਵੇਲੇ ਉੱਠਣ ਵਾਸਤੇ ਜਦੋਂ ਰਾਤ ਨੂੰ ਸੌਂਦਾ, ਹਜੇ 5-7 ਘੰਟੇ ਦੀ ਰਾਤ ਪਈ ਹੁੰਦੀ ਹੈ, ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਪੜ੍ਹ ਕੇ ਅਰਦਾਸ ਕਰਦਾ, ਮਹਾਰਾਜ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ। ਹਾਲੇ ਕਿ ਅੰਮ੍ਰਿਤ ਵੇਲੇ ਦਾ ਸਮਾਂ ਹਾਲੇ 7-8 ਘੰਟੇ ਬਾਅਦ ਆਉਣਾ ਹੈ, ਪਰ ਉਹਦੇ ਅੰਦਰ ਪਹਿਲਾਂ ਚਾਅ ਹੈ ਸਵੇਰੇ ਅੰਮ੍ਰਿਤ ਵੇਲੇ ਉੱਠਣ ਦਾ। ਇਸੇ ਤਰ੍ਹਾਂ ਬਸੰਤ ਰੁੱਤ ਭਾਵੇਂ ਕਿ ਹਾਲੇ ਆਉਣ ਵਾਲੇ ਸਮੇਂ ਚ ਆਵੇਗੀ, ਪਰ ਬਸੰਤ ਦੇ ਆਉਣ ਤੋਂ ਪਹਿਲਾਂ ਉਹਦੇ ਆਉਣ ਦਾ ਚਾਅ ਪਹਿਲਾਂ ਪੈਦਾ ਹੋ ਜਾਂਦਾ। ਇਸ ਕਰਕੇ ਗੁਰੂ ਘਰ ਵਿੱਚ ਮਰਿਆਦਾ ਚੱਲਦੀ ਹੈ। ਤੋ ਨਾਲੇ ਮਹਾਰਾਜ ਜੀ ਦੀ ਬਾਣੀ ਦਾ ਵੀ ਮਹਾਵਾਕ ਹੈ, ਮਾਹੋ ਮਹਾ ਮੁਬਾਰਕੀ ਚੜਿਆ ਸਦਾ ਬਸੰਤ, ਕਿ ਮਾਘ ਦੇ ਮਹੀਨੇ ਦੁਆਰਾ ਬਸੰਤ ਰੁੱਤ ਚੜ ਜਾਂਦੀ ਹੈ। ਤੋ ਇਸ ਕਰਕੇ ਗੁਰਬਾਣੀ ਦੇ ਆਸ਼ੇ ਮੁਤਾਬਕ ਅੱਜ ਰਾਗ ਬਸੰਤ ਦੀ ਆਰੰਭਤਾ ਹੋਈ ਹੈ। ਬਸੰਤ ਖੇੜੇ ਦਾ ਰਾਗ ਹੈ। ਜਿਵੇਂ ਬਸੰਤ ਰੁੱਤ ਵਿੱਚ ਬਨਸਪਤੀ ਮੌਲੀ ਜਾਂਦੀ ਹੈ, ਮੌਲੀ ਧਰਤੀ ਮੌਲਿਆ ਆਕਾਸ਼, ਇਸੇ ਤਰ੍ਹਾਂ ਗੁਰਸਿੱਖ ਦੇ ਹਿਰਦੇ ਵਿੱਚ ਵੀ ਉਹ ਖੇੜਾ, ਉਹ ਵਿਗਾਸ ਗੁਰਬਾਣੀ ਦੇ ਅਨੁਸਾਰ ਆਉਣਾ ਚਾਹੀਏ। ਜਿੱਥੇ ਅੱਜ ਰਾਗ ਬਸੰਤ ਦੀ ਆਰੰਭਤਾ ਹੁੰਦੀ ਹੈ, ਉੱਥੇ ਅੱਜ ਦਾ ਇਹ ਦਿਨ ਐਸਾ ਮਹਾਨ ਭਾਗਾਸ਼ਾਲੀ ਦਿਨ ਹੈ, ਜਿਸ ਦਿਨ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੇ, ਜਦੋਂ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ, ਤਾਂ ਗੁਰਸਿੱਖ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ 68 ਤੀਰਥ ਹੈ ਉੱਥੇ ਬੈਠੇ ਸਨ। ਬੇਨਤੀ ਕੀਤੀ, ਗਰੀਬ ਨਵਾਜ ਇੱਕ ਅਲੌਕਿਕ ਕੌਤਕ ਵਰਤ ਰਿਹਾ ਹੈ। ਪਾਤਸ਼ਾਹ ਨੇ ਪੁੱਛਿਆ, ਭਾਈ ਕੀ ਹੋਇਆ? ਕਹਿਣ ਲੱਗੇ, ਮਹਾਰਾਜ ਇੱਕ ਬੜਾ ਦਿਵਿਆ ਸਰੂਪ ਵਿਅਕਤੀ ਹੈ, ਉਹਦੇ ਚਿਹਰੇ ਤੇ ਪ੍ਰਕਾਸ਼ ਇੰਨਾ ਵੀ ਵੇਖ ਨਹੀਂ ਹੁੰਦਾ। ਉਹ ਮਿੱਟੀ ਦੀ ਟੋਕਰੀ ਢੋ ਰਿਹਾ ਤੇ ਜਦੋਂ ਟੋਕਰੀ ਸਿਰ ਤੇ ਰੱਖਦਾ ਹੈ ਤਾਂ ਉਹ ਮਿੱਟੀ ਦੀ ਟੋਕਰੀ ਉਹਨਾਂ ਦੇ ਸਿਰ ਤੋਂ ਤਕਰੀਬਨ 1.25 ਹੱਥ ਉੱਚੀ ਰਹਿੰਦੀ ਹੈ, ਸਿਰ ਦੇ ਨਾਲ ਨਹੀਂ ਲੱਗਦੀ। ਪੰਜਵੇਂ ਪਾਤਸ਼ਾਹ ਨੇ ਵੇਖਿਆ, ਪੈਰਾਂ 'ਚ ਜੋੜਾ ਨਹੀਂ ਪਾਇਆ, ਕਾਹਲੀ ਨਾਲ ਚੱਲ ਕੇ ਆਏ ਜਿੱਥੇ ਹਰ ਕੀ ਪੌੜੀ ਹੈ, ਜਿੱਥੋਂ ਗੁਰਸਿੱਖ ਜਲ ਦਾ ਚੂਲਾ ਲੈਂਦੇ ਹਨ। ਇੱਥੇ ਉਹ ਮਹਾਂਪੁਰਸ਼ ਖੜੇ ਨੇ। ਦਰਅਸਲ ਉਹ ਖੁਦ ਅਕਾਲ ਪੁਰਖ ਜੀ ਨੇ ਜੋ ਸਰੀਰ ਧਾਰਨ ਕਰਕੇ ਆਏ ਸਨ। ਮਹਾਰਾਜ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅਕਾਲ ਪੁਰਖ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ, ਇਸ ਧਰਤੀ ਤੇ ਬੜੇ ਬੜੇ ਮੰਦਰ ਹਨ। ਸ਼ਿਵ ਮੰਦਰ ਹੈ, ਵਿਸ਼ਨੂੰ ਜੀ ਦੇ ਮੰਦਰ ਨੇ, ਬ੍ਰਹਮਾ ਜੀ ਦਾ ਵੀ ਇੱਕ ਮੰਦਰ ਹੈ ਪੁਸ਼ਕਰ ਵਿੱਚ, ਬਹੁਤ ਸਾਰੇ ਮੰਦਰ ਨੇ। ਉਹ ਸਾਰੇ ਦੇਵੀ ਦੇਵਤਿਆਂ ਦੇ ਮੰਦਰ ਨੇ। ਮੇਰਾ ਕੋਈ ਮੰਦਰ ਇਸ ਧਰਤੀ ਤੇ ਹੈ ਹੀ ਨਹੀਂ। ਤੁਸੀਂ ਇਸ ਧਰਤੀ ਤੇ ਇੱਕ ਮੇਰਾ ਮੰਦਰ ਬਣਾਓ, ਹਰੀ ਦਾ ਮੰਦਰ ਬਣਾਓ।
ਪੰਜਵੇਂ ਪਾਤਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ, ਅਕਾਲ ਪੁਰਖ ਜੀ ਹਰੀ ਮੰਦਰ ਬਣਾਉਣਾ ਹੈ, ਅਕਾਲ ਪੁਰਖ ਦਾ ਮੰਦਰ ਬਣਾਉਣਾ ਹੈ, ਤਾਂ ਉਹਦੇ ਵਾਸਤੇ ਮਹਾਰਾਜ ਜੀ ਨਕਸ਼ਾ ਉਹ ਕਿਵੇਂ ਬਣਨਾ ਹੈ, ਕਿਵੇਂ ਬਣਾਉਣਾ ਹੈ, ਇਹ ਅਸੀਂ ਕਿੱਥੋਂ ਪਤਾ ਕਰੀਏ? ਅਕਾਲ ਪੁਰਖ ਜੀ ਨੇ ਖੁਦ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਦੱਸਿਆ ਵੀ ਇਦਾਂ ਬਣਾਉਣਾ ਹੈ, ਇੱਥੋਂ ਇਹ ਪੁਲ ਬਣਾਉਣਾ ਹੈ, ਇੰਨੀਆਂ ਪੌੜੀਆਂ ਬਣਾਉਣੀਆਂ ਨੇ, ਇਸ ਪਾਸਿਓਂ 4 ਦਰਵਾਜ਼ੇ ਰੱਖਣੇ, ਕੱਲੀ ਕੱਲੀ ਚੀਜ਼ ਅਕਾਲ ਪੁਰਖ ਜੀ ਨੇ ਦੱਸੀ। ਇਸ ਕਰਕੇ ਪੂਰੀ ਧਰਤੀ ਦੇ ਉੱਤੇ ਕੇਵਲ ਤਾਂ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਐਸਾ ਮਹਾਨ ਪਵਿੱਤਰ ਸਥਾਨ ਹੈ ਜਿਸ ਦਾ ਨਕਸ਼ਾ ਖੁਦ ਹਰੀ ਨੇ ਅਕਾਲ ਪੁਰਖ ਨੇ ਬਣਾਇਆ ਹੈ। ਇਸੇ ਕਰਕੇ ਦੁਨੀਆ ਦਾ ਕੋਈ ਵੱਡੇ ਤੋਂ ਵੱਡਾ ਇੰਜੀਨੀਅਰ ਉਦਾਂ ਦਾ ਨਕਸ਼ਾ ਨਹੀਂ ਬਣਾ ਸਕਿਆ। ਸਤਿ ਸ਼੍ਰੀ ਅਕਾਲ। ਨਕਲ ਕਰਨ ਵਾਲਿਆਂ ਨੇ ਨਕਲ ਕਰਨ ਦਾ ਯਤਨ ਕੀਤਾ ਪਰ ਉਹ ਕਾਮਯਾਬ ਨਹੀਂ ਹੋ ਸਕੇ। ਅਕਾਲ ਪੁਰਖ ਜੀ ਇਹ ਕਹਿ ਕੇ ਅਲੋਪ ਹੋਏ। ਸਤਿਗੁਰੂ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਅੱਜ ਦੇ ਦਿਨ, ਅੱਜ ਜਿਹੜੀ ਮਾਘ ਦੀ ਸੰਕਰਾਂਤ ਹੈ, ਹੁਕਮ ਕੀਤਾ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਓ, ਮਿਸ਼ਟਾਨ ਲੈ ਕੇ ਆਓ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਅਰਦਾਸ ਕਰੋ ਅਕਾਲ ਪੁਰਖ ਦੇ ਚਰਨਾਂ 'ਚ ਕਿ ਅਕਾਲ ਪੁਰਖ ਜੀ ਦੇ ਪਾਵਨ ਮੰਦਰ ਦੀ, ਹਰੀ ਮੰਦਰ ਦੀ ਸਥਾਪਨਾ ਕਰਨੀ, ਨੀਂਹ ਰੱਖਣੀ ਹੈ। ਅਰਦਾਸ ਕਰਕੇ ਅੱਜ ਦੇ ਦਿਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਅੱਜ ਉਹ ਪਵਿੱਤਰ ਦਿਨ ਹੈ। ਇੱਕੋ ਇੱਕ ਹਰੀ ਮੰਦਰ ਐਸਾ ਪਵਿੱਤਰ ਸਥਾਨ ਹੈ ਜਿਸ ਦੇ ਦਰਸ਼ਨ ਕਰਕੇ ਗੁਰਦੇਵ ਨੇ ਕਿਹਾ ਕਿ ਮੈਂ ਪੂਰੇ ਸੰਸਾਰ ਭਰ ਦੀਆਂ ਥਾਵਾਂ ਵੇਖ ਲਈਆਂ ਨੇ, ਪਰ ਹੇ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ, ਤੁਹਾਡੇ ਇਸ ਪਵਿੱਤਰ ਅਸਥਾਨ ਜਿਹਾ ਕੋਈ ਅਸਥਾਨ ਨਹੀਂ। ਡਿਠੇ ਸਭੇ ਥਾਮ ਨਹੀਂ ਤੁਧ ਜਿਹਾ। ਮਹਾਰਾਜ ਤੁਹਾਡੇ ਇਸ ਸਥਾਨ ਵਰਗਾ ਕੋਈ ਅਸਥਾਨ ਨਹੀਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅੱਜ ਦੇ ਦਿਨ ਨੀਂਹ ਰੱਖੀ ਗਈ, ਜਿੱਥੇ 4 ਦਿਸ਼ਾਵਾਂ ਤੋਂ 4 ਮਤਾਂ ਦੇ 4 ਵਰਨਾਂ ਦੇ ਲੋਕ ਆ ਕੇ ਨਤਮਸਤਕ ਹੋ ਕੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਸਜਦਾ ਕਰ ਸਕਦੇ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਰੱਖਣ ਦੇ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਹਨ। ਅੱਜ ਦਾ ਇਹ ਦਿਨ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਹੈ। 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਹੈ। ਇਹਦਾ ਕਹਿਣ ਦਾ ਮਤਲਬ ਹੈ ਕਿ ਇਹ ਜੰਗ ਜਿਹੜਾ ਖਿਦਰਾਣੇ ਦੀ ਮੁਕਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ, ਉਹ ਅੱਜ ਦੇ ਦਿਨ ਨਹੀਂ ਹੋਇਆ, ਉਹ ਵਿਸਾਖ ਦੇ ਮਹੀਨੇ 'ਚ ਹੋਇਆ। ਪਰ ਪੰਥ ਨੇ ਪੁਰਾਣੇ ਸਮੇਂ ਵਿੱਚ ਜੋੜ ਮੇਲੇ ਵੱਖੋ ਵੱਖਰੇ ਸਥਾਨਾਂ ਦੇ ਉੱਤੇ ਮਨਾਉਣ ਦੀ ਮਰਿਆਦਾ ਰੱਖੀ ਸੀ ਕਿ ਜਿਵੇਂ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ, ਦੀਵਾਲੀ ਦਾ ਜੋੜ ਮੇਲ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਵਿਸਾਖੀ ਦਾ ਜੋੜ ਮੇਲ ਦਮਦਮਾ ਸਾਹਿਬ, ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲ, ਚਮਕੌਰ ਸਾਹਿਬ ਦੇ ਜੋੜ ਮੇਲ। ਤੋ ਜੋ ਮਾਘੀ ਦਾ ਜੋੜ ਮੇਲ ਹੈ ਉਹ ਸ੍ਰੀ ਮੁਕਤਸਰ ਸਾਹਿਬ ਪੰਥ ਨੇ ਮਨਾਉਣ ਦੀ ਮਰਿਆਦਾ ਸ਼ੁਰੂ ਕੀਤੀ ਕਿ ਟੁੱਟੀ ਗੰਢਣ ਦਿਵਸ, 40 ਮੁਕਤਿਆਂ ਦਾ ਦਿਨ, ਉਹ ਅੱਜ ਦੇ ਦਿਨ ਉਸ ਇਤਿਹਾਸ ਨੂੰ ਸਮਰਪਿਤ ਕਰਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਣਾਇਆ ਜਾਂਦਾ ਹੈ। ਭਾਈ ਸਾਹਿਬ ਭਾਈ ਮਹਾਂ ਸਿੰਘ ਜੀ, ਜਿਨ੍ਹਾਂ ਨੇ ਖਿਦਰਾਣੇ ਦੀ ਢਾਬ ਤੇ 40 ਸਿੰਘਾਂ ਸਮੇਤ, ਸਤਿਕਾਰਯੋਗ ਮਾਈ ਭਾਗੋ ਜੀ ਦੇ ਸਮੇਤ ਵਜ਼ੀਰ ਖਾਨ ਸੂਬੇ ਸਰਹੰਦ ਦੀਆਂ ਫੌਜਾਂ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਤੇ ਪਾਪੀਆਂ ਦੀਆਂ ਫੌਜਾਂ ਵਾਪਸ ਟੋਰੀਆਂ। ਖਿਦਰਾਣੇ ਦੀ ਢਾਬ ਦੇ ਕਿਨਾਰੇ ਤੇ ਭਾਈ ਮਹਾਂ ਸਿੰਘ ਜੀ ਸਿਸਕੀਆਂ ਲੈ ਰਹੇ ਨੇ
ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ। ਜਿੰਨੇ ਸਿੰਘ ਸ਼ਹੀਦੀਆਂ ਪਾ ਗਏ ਨੇ, ਖਦਰਾਣੇ ਦੀ ਢਾਬ ਤੋਂ ਜਿੰਨੇ ਕਦਮ ਅੱਗੇ ਬਾਹਰ ਵੱਧ ਕੇ ਲੜ ਕੇ ਸ਼ਹੀਦੀਆਂ ਪਾ ਗਏ, ਮਹਾਰਾਜ ਉਹਨਾਂ ਨੂੰ ਓਨੇ ਹੀ ਵੱਡੇ ਮਰਾਤਬੇ ਦਿੰਦੇ ਆ। ਕਹਿੰਦੇ ਜੇ ਕੋਈ 5 ਕਦਮ ਵੱਧ ਕੇ ਲੜ ਕੇ ਸ਼ਹੀਦ ਹੋਇਆ ਤਾਂ ਕਹਿੰਦੇ ਮੇਰਾ ਇਹ 5000 ਜਰਨੈਲ। ਜੇ ਕੋਈ 7 ਕਦਮ ਵੱਧ ਕੇ ਸ਼ਹੀਦ ਹੋਇਆ ਤਾਂ ਉਹਨੂੰ ਕਹਿੰਦੇ ਮੇਰਾ 7000 ਜਰਨੈਲ। ਇਹ ਮਰਾਤਬੇ ਰੁਤਬੇ ਸਤਿਗੁਰੂ ਦਿੰਦੇ ਆ। ਭਾਈ ਮਹਾਂ ਸਿੰਘ ਤੱਕ ਆਏ। ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੇ ਗੋਡੇ ਤੇ ਰੱਖਿਆ, ਚਿਹਰਾ ਪੂੰਝਿਆ, ਮੁਖ ਵਿੱਚ ਜਲ ਪਾਇਆ, ਆਖਿਆ ਮਹਾਂ ਸਿਆਂ ਮੰਗ ਕੀ ਚਾਹੀਦਾ। ਭਾਈ ਮਹਾਂ ਸਿੰਘ ਨੇ ਹੱਥ ਜੋੜੇ, ਗਰੀਬ ਨਵਾਜ ਕਿਰਪਾ ਕਰੋ, ਮਾਝੇ ਦੀ ਸਿੱਖੀ ਟੁੱਟੀ ਗੰਢ ਲਵੋ। ਜਿਹੜੀ ਤੁਹਾਨੂੰ ਅਸੀਂ ਬਦਾਵੇ ਦੀ ਚਿੱਠੀ ਦੇ ਗਏ ਆ ਮਹਾਰਾਜ, ਉਹ ਕਿਰਪਾ ਕਰਕੇ ਪਾੜ ਦਿਓ, ਟੁੱਟੀ ਗੰਢ ਲਓ। ਪਾਤਸ਼ਾਹ ਕਹਿੰਦੇ ਮਹਾਂ ਸਿੰਘ ਕੁਝ ਹੋਰ ਮੰਗ ਲੈ। ਭਾਈ ਮਹਾਂ ਸਿੰਘ ਨੇ ਹੱਥ ਜੋੜੇ, ਆਖਿਆ ਪਾਤਸ਼ਾਹ ਨਹੀਂ, ਇਹੀ ਮੰਗ ਕਿਰਪਾ ਕਰਕੇ ਮੇਰੀ ਮੰਗ ਮੰਨ ਲਓ, ਦਇਆ ਕਰਕੇ ਮਾਝੇ ਦੀ ਸਿੱਖੀ ਟੁੱਟੀ ਗੰਢ ਲਓ। ਤਿੰਨੇ ਵੇਰੀ ਇਹ ਬਚਨ ਕਿਹਾ। ਮਹਾਰਾਜ ਪੰਜਵੇਂ ਧੰਨ ਗੁਰੂ ਕਲਗੀਧਰ ਸਵਾਮੀ ਜੀ ਕਹਿਣ ਲੱਗੇ, ਮਹਾਂ ਸਿਆਂ ਆ ਬਦਾਵਾ ਮੈਂ ਰੱਖਿਆ ਸੀ ਆਪਣੇ ਪਾਸ, ਮੈਂ ਜਾਣਦਾ ਸੀ ਮੇਰੇ ਸਿੰਘ ਵਾਪਸ ਆਉਣਗੇ। ਭਾਈ ਮਹਾਂ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਗੁਰਦੇਵ ਨੇ ਬਦਾਵਾ ਪਾੜ ਕੇ ਮਾਝੇ ਦੀ ਸਿੱਖੀ ਟੁੱਟੀ ਗੰਢ ਲਈ। ਉਹ ਜਿਹੜਾ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਸਾਨੂੰ ਅੱਜ ਦੇ ਦਿਨ, ਉਸ ਦਿਨ ਨੂੰ ਸਮਰਪਿਤ ਜਾਣ ਕੇ ਮਾਘੀ ਦੀ ਸੰਕਰਾਂਤ ਦਾ ਦਿਨ ਮਨਾਇਆ ਜਾਂਦਾ। ਔਰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨ ਬੜੇ ਵੱਡੇ ਜੋੜ ਮੇਲ ਹੁੰਦੇ ਆ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਉੱਥੇ ਹਾਜ਼ਰੀ ਭਰਦੀਆਂ, ਸਾਰਾ ਖਾਲਸਾ ਪੰਥ ਉੱਥੇ ਇਕੱਤਰ ਹੁੰਦਾ ਹੈ। ਗੁਰਦੇਵ ਦੇ ਚਰਨਾਂ 'ਚ ਰਜੋਈ ਕਰੀਏ, ਮਹਾਰਾਜ ਕਿਰਪਾ ਕਰੋ, ਦਇਆ ਕਰੋ, ਸਾਡੀ ਵੀ ਟੁੱਟੀ ਗੰਢ ਲਓ। ਆਪਣੇ ਚਰਨਾਂ ਕਮਲਾਂ ਦੀ ਪ੍ਰੀਤ, ਆਪਣੇ ਚਰਨਾਂ ਕਮਲਾਂ ਦਾ ਪ੍ਰੇਮ ਭਾਵਨਾ, ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਪਤਤ ਉਦਾਹਰਨ ਤਾਰਨ, ਬਲ ਬਲ ਬਲੇ ਬਲ ਜਾਈਐ। ਮਾਰੂ ਰਾਗ ਹੈ ਤੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਪਤਤ ਉਦਾਹਰਨ, ਹੇ ਵਾਹਿਗੁਰੂ ਤੂੰ ਪਤਤਾਂ ਨੂੰ ਉਦਾਹਰਨ ਵਾਲਾ ਹੈ। ਤਾਰਨ, ਜਿੱਥੇ ਪਤਤਾਂ ਨੂੰ ਉਦਾਰਦਾ ਹੈ ਉੱਥੇ ਤੂੰ ਸੰਸਾਰ ਸਮੁੰਦਰ ਤੋਂ ਤਾਰਨੇ ਵਾਲਾ ਜਹਾਜ਼ ਵੀ ਹੈ। ਪਤਤ, ਪਤਤ ਕਹਿੰਦੇ ਨੇ ਡਿੱਗੇ ਹੋਏ ਨੂੰ। ਜਿਹੜਾ ਆਪਣੇ ਕਰੈਕਟਰ ਤੋਂ, ਆਪਣੇ ਇਖਲਾਕ ਤੋਂ ਡਿੱਗ ਜਾਏ ਉਹਨੂੰ ਕਹਿੰਦੇ ਨੇ ਪਤਤ। ਕੇਸ ਕਤਲ ਕਰਾ ਦੇਵੇ ਉਹਨੂੰ ਵੀ ਕਹਿੰਦੇ ਆ ਪਤਤ। ਬੱਜਰ ਕੁਰੈਤ ਗਿਆ ਹੋ ਜੇ ਉਹਨੂੰ ਵੀ ਕਹਿੰਦੇ ਆ ਪਤਤ। ਪਤਤ ਜਿਹੜਾ ਆਪਣੇ ਆਚਰਣ ਤੋਂ ਡਿੱਗ ਜਾਏ, ਵਿਵਹਾਰ ਤੋਂ ਡਿੱਗ ਜਾਏ, ਪਾਪ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਜਾਏ ਉਹਨੂੰ ਵੀ ਕਹਿੰਦੇ ਆ ਪਤਤ। ਪਤਤ ਦਾ ਮਤਲਬ ਡਿੱਗਿਆ ਹੋਇਆ। ਜਿਹੜਾ ਡਿੱਗ ਪਿਆ ਆਪਣੇ ਆਚਰਣ ਤੋਂ, ਕਿਰਦਾਰ ਤੋਂ, ਉਹ ਹੈ ਪਤਤ। ਗੁਰੂ ਸਾਹਿਬਾਨਾਂ ਦੇ ਤਖਤਾਂ ਤੇ
ਕਿਸੇ ਪਤਤ ਨੂੰ ਸਿਰੇ ਪਾਉ ਨਹੀਂ ਦਿੱਤਾ ਜਾਂਦਾ। ਇਹ ਮਰਿਆਦਾ ਹੈ। ਕੋਈ ਪਤਤ ਹੈ ਉਹਨੂੰ ਸਿਰੇ ਪਾਉ ਨਹੀਂ ਮਿਲਦਾ ਜਦੋਂ ਤੱਕ ਉਹ ਖੰਡੇ ਦੀ ਪੌਲ ਛਕ ਕੇ ਤਿਆਰ ਬਰ ਤਿਆਰ ਨਹੀਂ ਹੁੰਦਾ। ਇਹ ਵੀ ਪ੍ਰਵਧਾਨ ਪੰਥ ਦੇ ਵਿੱਚ ਹੈ। ਇਸ ਕਰਕੇ ਮਹਾਰਾਜ ਜੀ ਕੈਸੇ ਸਮਰੱਥ ਦੇਵ ਨੇ ਕਿ ਜਿਹੜਾ ਪਤਤ ਹੈ ਉਸ ਪਤਤ ਨੂੰ ਵੀ ਸਤਿਗੁਰੂ ਜੀ ਉਧਾਰ ਦਿੰਦੇ ਹੈ। ਪਤਤ ਨੂੰ ਉਧਾਰ ਕੇ ਉਹਨੂੰ ਵੀ ਤਾਰ ਦਿੰਦੇ ਹੈ। ਕਿੰਨੇ ਕਿੰਨੇ ਵੱਡੇ ਪਤਤ, ਕੌਡੇ ਰਾਖਸ਼ ਵਰਗਾ ਪਤਤ ਹੋਵੇਗਾ ਕੋਈ ਜਿਹੜਾ ਬੰਦੇ ਹੀ ਮਾਰ ਕੇ ਖਾਂਦਾ ਸੀ, ਤਾਂ ਹੀ ਰਾਖਸ਼ ਕਹਿੰਦੇ ਸੀ ਨਾ ਉਹਨੂੰ। ਕਿੱਡਾ ਵੱਡਾ ਪਤਤ ਸੀ। ਗੁਰੂ ਨਾਨਕ ਸਾਹਿਬ ਦੀ ਦਇਆ ਦ੍ਰਿਸ਼ਟੀ ਹੋਈ ਤੇ ਮਹਾਰਾਜ ਜੀ ਨੇ ਏਡੇ ਵੱਡੇ ਪਤਤ ਨੂੰ ਵੀ ਉਧਾਰ ਦਿੱਤਾ। ਭੂਮੀਏ ਵਰਗੇ ਚੋਰ, ਕਿੱਡੇ ਕਿੱਡੇ ਵੱਡੇ ਪਤਤ ਸੀ। ਬਾਬਾ ਬਿਧੀ ਚੰਦ ਸਾਹਿਬ ਜੀ ਕਿੰਨੀਆਂ ਚੋਰੀਆਂ ਕਰਦੇ ਗੁਰੂ ਸਾਹਿਬ ਦੀ ਸ਼ਰਨ ਆਉਣ ਤੋਂ ਪਹਿਲਾਂ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਿਰਪਾ ਦੇ ਘਰ ਵਿੱਚ ਆਉਂਦੇ ਤਾਂ ਉਹਨਾਂ ਵੱਡਿਆਂ ਤੋਂ ਵੱਡਿਆਂ ਪਤਤਾਂ ਨੂੰ ਵੀ ਉਧਾਰਦਿਆਂ ਦੇਰੀ ਨਹੀਂ ਲਾਉਂਦੇ। ਧਮਤਾਨ ਸਾਹਿਬ ਦਾ ਇੱਕ ਗੁਰੂ ਘਰ ਦਾ ਸੇਵਕ ਸੀ ਭਾਈ ਦੱਗੋ, ਉਹ ਵੀ ਚੋਰੀਆਂ ਕਰਦਾ ਸੀ, ਮੱਝਾਂ ਹੱਕ ਕੇ ਲਿਆਉਂਦਾ ਸੀ ਲੋਕਾਂ ਦੀਆਂ। ਜਦੋਂ ਨੌਵੇਂ ਪਾਤਸ਼ਾਹ ਦੀ ਸ਼ਰਨ ਆਇਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਗਿਆ। ਨੌਵੇਂ ਪਾਤਸ਼ਾਹ ਦੇ ਨਿਕਟਵਰਤੀ ਸਿੱਖਾਂ ਚੋਂ ਇੱਕ ਹੋ ਗਏ ਭਾਈ ਦੱਗੋ ਜੀ। ਕਹਿਣ ਤੋਂ ਭਾਵ ਕਿ ਸਤਿਗੁਰੂ ਜੀ ਪਤਤਾਂ ਨੂੰ ਉਧਾਰਨ ਦੀ ਸਮਰੱਥਾ ਰੱਖਦੇ ਹੈ। ਮਹਾਰਾਜ ਤੁਸੀਂ ਪਤਤਾਂ ਨੂੰ ਉਧਾਰਨ ਵਾਲੇ ਹੋ, ਤਾਰਨੇ ਵਾਲੇ ਹੋ। ਬਲ ਬਲ ਬਲੇ ਬਲ ਜਾਈਐ, ਮੈਂ ਮਨ ਕਰਕੇ ਵੀ ਬਲਿਹਾਰ ਜਾਵਾਂ, ਮੈਂ ਬਚਨ ਕਰਕੇ ਵੀ ਤੁਹਾਡੇ ਤੋਂ ਬਲਿਹਾਰ ਜਾਵਾਂ, ਤੇ ਮੈਂ ਕਰਮ ਕਰਕੇ ਵੀ ਤੁਹਾਡੇ ਤੋਂ ਬਲਿਹਾਰ ਜਾਵਾਂ, ਮੈਂ ਤੁਹਾਡੇ ਤੋਂ ਵਾਰੇ ਜਾਵਾਂ, ਮੈਂ ਤੁਹਾਡੇ ਤੋਂ ਕੁਰਬਾਨ ਜਾਵਾਂ ਸਾਹਿਬ ਜੀ। ਵਾਰ 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 ਨੈ ਬਲਿਹਾਰ ਨੈ ਲਖ ਬਰੀਆ, ਨਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਹੋ ਵਾਰੀ ਵੰਜਾ ਕੋਲੀ ਵੰਜਾ, ਤੂੰ ਪਰਬਤ ਮੇਰਾ ਓਲਾ ਰਾਮ। ਮਹਾਰਾਜ ਤੁਹਾਡੇ ਤੋਂ ਵਾਰੇ ਜਾਈਏ, ਤੁਹਾਡੇ ਤੋਂ ਬਲਿਹਾਰ ਜਾਈਏ। ਵਾਰ ਨੇ ਬਲਿਹਾਰ ਨੇ, ਮਹਾਰਾਜ ਵਾਰੇ ਵਾਰੇ ਜਾਈਏ। ਇੱਕ ਵਾਰ ਨਹੀਂ ਬਾਰ ਬਾਰ ਬਲਿਹਾਰ ਜਾਈਏ। ਅਨਕ ਬਾਰ ਜਾਉ ਬਾਰੇ, ਅਨੇਕਾਂ ਵੇਰੀ ਤੁਹਾਡੇ ਤੋਂ ਬਲਿਹਾਰ ਜਾਈਏ। ਐਸਾ ਕੋਈ ਭੇਟੈ ਸੰਤ, ਜਿਤ ਹਰ ਹਰੇ ਹਰ ਧਿਆਈਐ। ਐਸਾ ਕੋਈ ਸੰਤ ਭੇਟੇ ਮਿਲੇ ਜਿਹਦੇ ਨਾਲ ਮਿਲ ਕੇ ਹਰੀ ਹਰੀ ਨੂੰ ਧਿਆਈਏ। ਅੱਜ ਕੱਲ ਸੰਤ ਸ਼ਬਦ ਤੋਂ ਹੀ ਲੋਕ ਬੜੀ ਘਿਰਣਾ ਕਰਦੇ, ਕਹਿੰਦੇ ਜੀ ਸੰਤ ਹੁੰਦਾ ਹੀ ਨਹੀਂ ਕੋਈ। ਏਦਾਂ ਕਹਿੰਦੇ ਜੇ ਕਿਸੇ ਦੇ ਮਹਾਂਪੁਰਸ਼ ਦੇ ਨਾਲ ਕੋਈ ਸੰਤ ਸ਼ਬਦ ਦੀ ਵਰਤੋਂ ਕਰ ਲੇ, ਲੋਕ ਕੱਪੜੇ ਪਾੜਨ ਨੂੰ ਆਉਂਦੇ ਵੀ ਤੂੰ ਉਹਨੂੰ ਸੰਤ ਕਿਉਂ ਕਹਿਣਾ। ਭਾਈ ਜੇ ਤੁਸੀਂ ਕਿਸੇ ਨੂੰ ਸੰਤ ਨਹੀਂ ਮੰਨਦੇ ਤਾਂ ਗੁਰੂ ਕੌਣ ਹੈ? ਗੁਰੂ ਸੰਤ ਹੈ ਨਾ। ਤੇ ਜਿਹੜਾ ਗੁਰੂ ਸੰਤ ਹੈ ਤੇ ਗੁਰੂ ਸੰਤ ਦੀ ਸੰਗਤ ਕਰਨ ਵਾਲਾ ਸੰਤ ਨਹੀਂ ਹੋਵੇਗਾ। ਜਿਹੜਾ ਗੁਰੂ ਸੰਤ ਹੈ, ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਗੁਰੂ ਸਾਹਿਬ ਸੰਤ ਨੇ। ਤੇ ਗੁਰੂ ਸੰਤ ਦੀ ਸੰਗਤ ਕਰਨ ਵਾਲਾ ਚੋਰ ਹੋਵੇਗਾ? ਫਿਰ ਦੱਸੋ। ਜਿਹੜਾ ਗੁਰੂ ਆਪਣੀ ਸੰਗਤ ਕਰਨ ਵਾਲੇ ਆਪਣੇ ਦਾਸ ਨੂੰ ਆਪਣੇ ਵਰਗਾ ਨਾ ਕਰ ਸਕਿਆ, ਉਹ ਫਿਰ ਗੁਰੂ ਥੋੜੀ ਹੈ। ਇਸ ਕਰਕੇ ਫਿਰ ਗੁਰੂ ਤੇ ਕਿੰਤੂ ਹੈ। ਜਿਹੜਾ ਕਹਿੰਦਾ ਸੰਤ ਨਹੀਂ ਹੁੰਦਾ, ਉਹ ਫਿਰ ਗੁਰੂ ਨੂੰ ਵੀ ਨਹੀਂ ਮੰਨਦਾ ਵੀ ਉਹ ਗੁਰੂ ਨਹੀਂ।
ਕਿਉਂਕਿ ਗੁਰੂ ਸੰਤ ਹੈ ਤੇ ਗੁਰੂ ਸੰਤ ਆਪਣੀ ਸੰਗਤ ਕਰਨ ਵਾਲੇ ਨੂੰ ਵੀ ਆਪਣੇ ਵਰਗਾ ਬਣਾ ਲੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਵਰਗਾ ਬਣਾ ਲੈਂਦਾ, ਆਪਣੇ ਵਰਗਾ ਕਰ ਲੈਂਦਾ। ਤਾਂ ਮਹਾਰਾਜ ਜੀ ਕਹਿੰਦੇ ਕੋਈ ਇਹੋ ਜਿਹਾ ਸੰਤ ਮਿਲੇ ਜਿਸ ਨਾਲ ਮਿਲ ਕੇ ਹਰ ਹਰੇ ਹਰ ਧਿਆਈ ਹੈ। 3 ਵਾਰੀ ਕਿਹਾ, ਮਨ ਕਰਕੇ ਵੀ ਹਰੀ ਨੂੰ ਧਿਆਈਏ, ਬਚਨ ਕਰਕੇ ਵੀ ਹਰੀ ਨੂੰ ਧਿਆਈਏ ਤੇ ਕਰਮ ਕਰਕੇ ਵੀ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਈਏ। ਮੋਹ ਕਉ ਕੋਇ ਨਾ ਜਾਣਤ ਕਹਿਅਤ ਦਾਸ ਤੁਮਾਰਾ। ਮਹਾਰਾਜ ਮੈਨੂੰ ਨਹੀਂ ਜੇ ਜਾਣਦਾ ਕੋਈ ਵੀ ਮੈਂ ਕੋਈ ਚੀਜ਼ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਮੈਨੂੰ ਨਹੀਂ ਜੇ ਜਾਣਦਾ ਕੋਈ ਮੋਕੋ ਕੋਏ ਨਾ ਜਾਣਤ। ਮੈਨੂੰ ਨਹੀਂ ਜੇ ਕੋਈ ਜਾਣਦਾ। ਮੈਨੂੰ ਜੇ ਕੋਈ ਜਾਣਦਾ ਤਾਂ ਇਹ ਕਹਿ ਕੇ ਜਾਣਦਾ ਵੀ ਇਹ ਗੁਰੂ ਅਰਜਨ ਸਾਹਿਬ ਦਾ ਸੇਵਕ ਹੈ, ਇਹ ਗੁਰੂ ਰਾਮਦਾਸ ਸਾਹਿਬ ਦਾ ਦਾਸ ਹੈ। ਤੁਹਾਡਾ ਦਾਸ ਸਮਝ ਕੇ ਜਾਣਿਆ ਜਾਂਦਾ ਨਾ। ਮੈਨੂੰ ਨਹੀਂ ਕੋਈ ਜਾਣਦਾ ਮਹਾਰਾਜ, ਮੇਰੀ ਕੀ ਬੁਗਤ ਹੈ, ਮੈਂ ਤਾਂ ਕੱਖ ਵੀ ਨਹੀਂ। ਮੈਨੂੰ ਜੇ ਜਾਣਿਆ ਜਾਂਦਾ ਸੰਸਾਰ ਵਿੱਚ ਤਾਂ ਤੁਹਾਡਾ ਦਾਸ ਕਰਕੇ ਜਾਣਿਆ ਜਾਂਦਾ ਹੈ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ, ਸਾਨੂੰ ਕੌਣ ਜਾਣਦਾ ਹੈ? ਮੈਨੂੰ ਨਹੀਂ ਜੇ ਕੋਈ ਜਾਣਦਾ, ਪਰ ਮੈਨੂੰ ਇਹ ਕਹਿ ਕੇ ਜ਼ਰੂਰ ਸੰਸਾਰ ਵਿੱਚ ਜਾਣਿਆ ਜਾਂਦਾ ਕਿ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦਾ ਸੇਵਾਦਾਰ ਹੈ, ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦਾ ਦਾਸ ਹੈ। ਇਹ ਦਾਸ ਜਾਣ ਕੇ ਮਹਾਰਾਜ ਜੀ ਮੈਨੂੰ ਸੰਸਾਰ 'ਚ ਜ਼ਰੂਰ ਜਾਣਿਆ ਜਾਂਦਾ। ਏਹਾ ਓਟ ਆਧਾਰਾ। ਮਹਾਰਾਜ ਮੇਰੀ ਇਹੀ ਓਟ ਹੈ ਤੇ ਮੇਰਾ ਇਹੀ ਆਧਾਰ ਹੈ ਕਿ ਤੁਸੀਂ ਮੈਨੂੰ ਤਾਂ ਭਾਵੇਂ ਕੋਈ ਨਹੀਂ ਜਾਣਦਾ, ਜਦੋਂ ਇਹ ਕਹਿ ਕੇ ਜਾਣਿਆ ਜਾਂਦਾ ਵੀ ਤੁਹਾਡਾ ਦਾਸ ਹੈ, ਤੇ ਮਹਾਰਾਜ ਮੈਨੂੰ ਇਹ ਓਟ ਹੈ, ਮੈਨੂੰ ਇਹ ਆਧਾਰ ਆਸਰਾ ਹੈ ਕਿ ਤੁਸੀਂ ਆਪਣੇ ਨਾਮ ਦੀ ਲਾਜ ਰੱਖਦੇ ਹੋ, ਵੀ ਆਪਣੇ ਸੇਵਕ ਦੀ ਲਾਜ ਰੱਖਣੀ ਹੈ। ਮੈਨੂੰ ਬਸ ਇਸ ਗੱਲ ਦੀ ਓਟ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਮੈਨੂੰ ਨਹੀਂ ਜੇ ਕੋਈ ਜਾਣਦਾ, ਪਰ ਜਦੋਂ ਤੁਹਾਡਾ ਦਾਸ ਕਰਕੇ ਜਾਣਿਆ ਜਾਣਾ ਤੇ ਮੈਨੂੰ ਇਸ ਗੱਲ ਦਾ ਤੁਹਾਡੇ ਤੇ ਭਰੋਸਾ ਹੈ, ਇਸ ਗੱਲ ਦੀ ਓਟ ਹੈ, ਇਸ ਗੱਲ ਦਾ ਆਧਾਰ ਹੈ ਕਿ ਮਹਾਰਾਜ ਤੁਸੀਂ ਆਪਣੇ ਸ਼ਰਨ ਆਏ ਦੀ, ਆਪਣੇ ਦਾਸ ਦੀ ਲਾਜ ਰੱਖਣ ਵਾਲੇ ਹੋ, ਆਪਣਾ ਬਿਰਦ ਪਾਲਦੇ ਹੋ। ਇਹ ਮੈਨੂੰ ਤੁਹਾਡੀ ਓਟ ਹੈ, ਇਹੀ ਮੈਨੂੰ ਤੁਹਾਡਾ ਆਧਾਰ ਆਸਰਾ ਹੈ। ਆਓ ਸਰਬ ਧਾਰਨ ਪ੍ਰਤਪਾਰਨ ਇੱਕ ਬਿਨੋ ਦੀਨਾ। ਮਹਾਰਾਜ ਇਹ ਸਾਰਾ ਸੰਸਾਰ ਤੁਹਾਡਾ ਧਾਰਿਆ ਹੋਇਆ, ਤੁਸੀਂ ਸਾਰੇ ਜੀਆਂ ਦੀ ਪ੍ਰਤਪਾਲਣਾ ਕਰਨ ਵਾਲੇ ਹੋ। ਮੈਂ ਦੀਨ ਨਿਮਾਣਾ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਬੇਨਤੀ ਕਰਦਾ ਹਾਂ। ਤੁਮਰੇ ਬਿਦ ਤੁਮ ਹੀ ਜਾਣੋ, ਤੁਮ ਜਲ ਹਮ ਮੀਨਾ। ਮਹਾਰਾਜ ਤੁਹਾਡੀ ਵਿਧੀ ਮਰਿਆਦਾ ਤੁਸੀਂ ਜਾਣਦੇ ਹੋ, ਤੁਸੀਂ ਜਲ ਹੋ ਤੇ ਮੈਂ ਤੁਹਾਡੇ ਜਲ ਦੇ ਵਿੱਚ ਮੀਨ ਦੇ ਸਮਾਨ ਹਾਂ। ਮੈਂ ਮੀਨ ਮੱਛੀ ਦੇ ਸਮਾਨ ਹਾਂ। ਜਿਵੇਂ ਮੱਛੀ ਪਾਣੀ ਬਿਨਾ ਨਹੀਂ ਰਹਿ ਸਕਦੀ, ਹੇ ਮੇਰੇ ਸਾਹਿਬ, ਹੇ ਮੇਰੇ ਗੁਰਦੇਵ, ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦਾ। ਪੂਰਨ ਵਿਸਥੀਰਨ ਸੁਆਮੀ ਆਹੇ ਆਇਓ ਪਾਛੈ। ਮਹਾਰਾਜ ਤੁਸੀਂ ਪੂਰਨ ਵਸਥੀਰਨ, ਸਰਬ ਥਾਈ ਰਹਿੰਦੇ, ਵਿਆਪਕ ਹੋ। ਕਿਵੇਂ ਮਿਲਦੇ ਹੋ? ਬੰਗਾਲ ਦੇ ਮਹਾਂਪੁਰਸ਼ ਹੋਏ ਪਰਮਹੰਸ ਜੀ ਸਵਾਮੀ ਰਾਮ ਕ੍ਰਿਸ਼ਨ ਜੀ, ਕੁਝ ਦਿਨ ਪਹਿਲਾਂ ਮੈਂ ਤਿੰਨਾਂ ਦੀ ਜੀਵਨੀ ਵੇਖੀ, ਉਹਦੇ 'ਚ ਇੱਕ ਬਚਨ ਆਇਆ। ਕੋਈ ਸੱਜਣ ਆਇਆ, ਉਹਨਾਂ ਨੂੰ ਕਹਿਣ ਲੱਗਾ, ਪਰਮਹੰਸ ਜੀ ਤੁਹਾਨੂੰ ਪਰਮੇਸ਼ਰ ਮਿਲਣ ਆਉਂਦਾ ਹੈ, ਤੁਸੀਂ ਕਹਿੰਦੇ ਹੋ ਸਰਬ ਥਾਈ ਰਹਿੰਦਾ ਤੇ ਤੁਹਾਨੂੰ ਮਿਲਣ ਆਉਂਦਾ ਉਹ, ਤੇ
ਤੇ ਜੇ ਹੁਣ ਕਦੇ ਆਵੇ ਨਾ ਤੁਹਾਡੇ ਕੋਲ, ਮੈਂ ਸੁਣਿਆ ਵੀ ਰੋਜ਼ ਆਉਂਦਾ, ਵੀ ਜੇ ਹੁਣ ਕਦੇ ਆਵੇ ਤੇ ਤੁਸੀਂ ਮੇਰਾ ਘਰ ਦਾ ਮਕਾਨ ਦਾ ਪਤਾ ਉਹਨੂੰ ਦੇ ਦਿਓ ਤੇ ਆਖਿਓ ਵੀ ਫਲਾਣਾ ਬੰਦਾ, ਉਹਨੂੰ ਵੀ ਮਿਲ ਆਈ। ਉਹ ਹੁਣ ਮਹਾਤਮਾ ਸਾ ਉਹਨੂੰ ਨਾ ਵੇਖਿਆ ਵੀ ਜਿਹੜੇ ਸੁਰ ਤੇ ਬੋਲ ਰਿਹਾ ਵੀ ਕੀ ਕਹਿਣਾ ਚਾਹੁੰਦਾ। ਉਹ ਕਹਿਣ ਲੱਗੇ ਵੀ ਏਦਾਂ ਕਰ, ਚੇਲੇ ਨੂੰ ਕਿਹਾ ਵੀ ਜਾ ਕਾਗਜ਼ ਪੈਨ ਲਿਆ। ਕਾਗਜ਼ ਪੈਨ ਲਿਆਂਦਾ ਤੇ ਕਹਿੰਦੇ ਇਹਦੇ ਤੇ ਆਪਣਾ ਐਡਰੈਸ ਲਿਖ ਦੇ, ਵੀ ਜਦੋਂ ਤੂੰ ਆਪਣਾ ਐਡਰੈਸ ਲਿਖੀ, ਆਪਣਾ ਪਤਾ ਲਿਖੀ, ਵੀ ਜਦੋਂ ਹੁਣ ਆਇਆ ਰੱਬ ਤੇ ਮੈਂ ਉਹਨੂੰ ਤੇਰਾ ਪਤਾ ਦੇ ਦਿਆਂਗਾ ਤੇ ਉਹ ਤੈਨੂੰ ਵੀ ਮਿਲ ਜਾਏਗਾ ਜਾਂਦਿਆਂ ਜਾਂਦਿਆਂ। ਉਹ ਕਾਗਜ਼ ਲੈ ਕੇ ਲਿਖਣ ਲੱਗਾ, ਮਕਾਨ ਨੰਬਰ ਇੰਨਾ, ਗਲੀ ਨੰਬਰ ਇੰਨੀ, ਫਲਾਣਾ ਮਹੱਲਾ। ਤੇ ਕਹਿੰਦਾ ਜੀ ਲਓ। ਰਾਮ ਕ੍ਰਿਸ਼ਨ ਜੀ ਪਰਮਹੰਸ ਜੀ ਕਹਿਣ ਲੱਗੇ, ਸੱਜਣਾ ਵੀ ਇਹ ਤੇ ਤੇਰੇ ਮਕਾਨ ਦਾ ਪਤਾ, ਮੈਨੂੰ ਤੂੰ ਆਪਣਾ ਪਤਾ ਦੇ। ਇਹਦਾ ਤੇਰੇ ਮਕਾਨ ਦਾ ਪਤਾ, ਤੂੰ ਆਪਣਾ ਪਤਾ ਦੱਸ। ਉਹ ਬੜਾ ਹੈਰਾਨ ਜਿਹਾ ਹੋਇਆ ਤੇ ਆਪਣਾ ਪਤਾ ਕਹਿਣ ਲੱਗਾ ਜੀ, ਆਪਣੀ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਜੀ ਮੇਰਾ ਪਤਾ ਆਇਆ। ਕਹਿੰਦੇ ਤੇ ਤੇਰੀ ਛਾਤੀ ਦਾ ਪਤਾ ਹੋਇਆ ਨਾ, ਤੂੰ ਆਪਣਾ ਪਤਾ ਦੱਸ, ਜਿਹੜਾ ਤੇਰਾ ਕੋਈ ਪਤਾ ਹੋਵੇ ਵੀ ਉੱਥੇ ਭੇਜਾਂ ਉਹਨੂੰ। ਫਿਰ ਆਪਣੇ ਸਿਰ ਤੇ ਹੱਥ ਲਾ ਕੇ, ਮੱਥੇ ਤੇ ਲਾ ਕੇ ਹੱਥ, ਕਹਿੰਦਾ ਜੀ ਆਹ ਮੇਰਾ ਪਤਾ। ਕਹਿੰਦੇ ਆ ਵੀ ਤੇਰੇ ਸਿਰ ਦਾ ਪਤਾ ਹੈ, ਇਹ ਵੀ ਤੇਰੇ ਸਿਰ ਦਾ ਪਤਾ ਟਿਕਾਣਾ ਹੈ, ਤੇਰਾ ਕੋਈ ਆਪਣਾ ਪਤਾ ਹੈ ਤਾਂ ਉਹ ਦੱਸ। ਤੇ ਕਹਿੰਦੇ ਜਿਹੜਾ ਤੇਰਾ ਆਪਣਾ ਪਤਾ ਹੈ ਨਾ, ਉੱਥੇ ਉਹ ਰੱਬ ਹਮੇਸ਼ਾ ਹੀ ਰਹਿੰਦਾ ਹੈ, ਉੱਥੋਂ ਕਦੇ ਜਾਂਦਾ ਹੀ ਨਹੀਂ ਹੈ। ਜੇ ਕਿਤੇ ਤੂੰ ਉਹਨੂੰ ਸਮਝ ਲੈ, ਉਹਨੂੰ ਜਾਣ ਲਵੇਂ, ਤੇ ਫਿਰ ਤੈਨੂੰ ਇਹ ਕਹਿਣ ਦੀ ਲੋੜ ਹੀ ਨਹੀਂ ਪਵੇਗੀ ਕਿ ਰੱਬ ਜਦੋਂ ਤੁਹਾਨੂੰ ਮਿਲਣ ਆਵੇ ਤੇ ਮੇਰੇ ਪਤੇ ਤੇ ਵੀ ਭੇਜਿਓ। ਦਰਅਸਲ ਜੇ ਤੈਨੂੰ ਆਪਣੇ ਪਤੇ ਦਾ ਪਤਾ ਲੱਗ ਜਾਏ ਵੀ ਤੇਰਾ ਪਤਾ ਕੀ ਹੈ, ਤਾਂ ਉੱਥੇ ਤਾਂ ਉਹ ਹਮੇਸ਼ਾ ਹੀ ਹਾਜ਼ਰ ਰਹਿੰਦਾ, ਉੱਥੇ ਤਾਂ ਉਹ ਹਮੇਸ਼ਾ ਹੀ ਵਿਆਪਕ ਹੈ। ਦਰਅਸਲ ਅਸੀਂ ਜਿਹੜੇ ਆਪਣੇ ਪਤੇ ਬਣਾਏ ਹੋਏ ਆ ਨਾ, ਉਹ ਸਾਡਾ ਪਤਾ ਹੈ ਨਹੀਂ। ਜਿਹੜਾ ਸਾਡਾ ਆਪਣਾ ਨਿਜ ਪਤਾ ਉਹ ਸਾਨੂੰ ਭੁੱਲਿਆ ਹੋਇਆ। ਜਿਸ ਦਿਨ ਉਹ ਚੇਤੇ ਆ ਗਿਆ, ਜਿਸ ਦਿਨ ਉਹ ਯਾਦ ਆ ਗਿਆ, ਉਸ ਦਿਨ ਇਹ ਅਵਸਥਾ ਬਣ ਜਾਏਗੀ, ਪੂਰਨ ਬਸ ਥੀਰਨ ਸੁਆਮੀ ਆਹੇ ਆਇਓ ਪਾਛੈ। ਉਹ ਸੁਆਮੀ ਸਰਬ ਥਾਵਾਂ ਤੇ ਪੂਰਨ ਹੈ, ਸਰਬ ਥਾਵਾਂ ਤੇ ਰਹਿ ਰਿਹਾ ਹੈ। ਮੈਂ ਉਹਦੀ ਸ਼ਰਨ ਚ ਆ ਗਿਆ ਹਾਂ, ਮੈਂ ਉਹਦੀ ਪਨਾਹ ਵਿੱਚ ਆ ਗਿਆ ਹਾਂ। ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮਹੇ ਆਛੈ। ਉਹ ਸਾਰੇ ਭੂ ਮੰਡਲ ਵਿੱਚ, ਖੰਡਾਂ ਵਿੱਚ ਵਰਤਦਾ, ਸਰਬ ਥਾਈ ਰਹਿੰਦਾ, ਸਾਰੇ ਭੂ ਮੰਡਲਾਂ ਵਿੱਚ ਵਰਤਦਾ, ਅਨੇਕਾਂ ਵਿੱਚ ਵਰਤਦਾ ਹੋਇਆ ਵੀ ਇੱਕ ਹੈ। ਕਿਸੇ ਆਖਿਆ ਜੇ ਉਹ ਇੱਕ ਹੈ ਫਿਰ ਉਹ ਅਨੇਕ ਕਿਵੇਂ ਹੈ, ਤੇ ਜੇ ਅਨੇਕ ਹੈ ਤੇ ਫਿਰ ਇੱਕ ਕਿਵੇਂ ਹੈ। ਇੱਕ ਰਾਜੇ ਨੇ ਕਿਸੇ ਮਹਾਂਪੁਰਸ਼ ਨੂੰ ਪੁੱਛ ਲਿਆ। ਮਹਾਂਪੁਰਸ਼ ਕਹਿਣ ਲੱਗੇ, ਰਾਜਾ ਐਸੇ ਕਰ, ਕੁਝ ਮਣੀਆਂ ਮੰਗਾ। ਉਹਨੇ ਥਾਲ ਦੇ ਵਿੱਚ ਮਣੀਆਂ ਮੰਗਾ ਲਈਆਂ। ਕਹਿੰਦੇ ਰਾਜਾ ਇਹਨਾਂ ਮਣੀਆਂ ਦੀ ਗਿਣਤੀ ਕਰ। ਉਹਨੇ ਇੱਕ ਮਣੀ ਕੱਢ ਕੇ ਬਾਹਰ ਰੱਖੀ ਤੇ ਕਹਿੰਦਾ ਇੱਕ। ਕਹਿੰਦੇ ਠੀਕ ਹੈ। ਦੂਸਰੀ ਮਣੀ ਬਾਹਰ ਕੱਢ ਕੇ ਰੱਖ ਕੇ ਕਹਿੰਦਾ ਦੋ। ਮਹਾਂਪੁਰਸ਼ ਕਹਿੰਦੇ ਦੋ ਕਿਵੇਂ ਆ, ਮਣੀ ਤਾਂ ਇੱਕੋ ਹੀ ਚੁੱਕੀ ਆ ਥਾਲੀ 'ਚ ਤੂੰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦੇ ਦੋ ਕਿਵੇਂ, ਮਣੀ ਤਾਂ ਤੂੰ ਇੱਕ ਹੀ ਚੁੱਕੀ। ਕਹਿੰਦੇ ਹਾਂ ਹੈ ਤਾਂ ਇੱਕੋ ਹੀ, ਪਰ ਜਦੋਂ ਬਾਹਰ ਕੱਢ ਕੇ ਰੱਖਣ ਲੱਗਾ ਤੇ ਦੋ ਕਹਿਣਾ ਪੈਣਾ, ਤਾਂ ਹੀ ਗਿਣਤੀ ਹੋਣੀ।
ਉਹਨੇ 2 ਚੁੱਕ ਕੇ ਰੱਖੀ ਬਾਹਰ। ਫਿਰ ਕਹਿੰਦੇ ਹੁਣ ਅੱਗੇ। ਉਹਨੇ ਤੀਜੀ ਮਣੀ ਕੱਢੀ, ਕਹਿੰਦਾ 3। ਕਹਿੰਦੇ 3 ਕਿਵੇਂ ਹੋਇਆ ਜੇ 2 ਹੀ ਨਹੀਂ ਸੀ? ਵੀ ਮਣੀ ਤਾਂ ਇੱਕੋ ਹੀ ਹੈ, ਤੇਰੇ ਹੱਥ ਵਿੱਚ ਕਿੰਨੀਆਂ ਨੇ ਮਣੀਆਂ? ਕਹਿੰਦਾ ਜੀ 1। ਕਹਿੰਦੇ ਫਿਰ ਤੂੰ 1 ਮਣੀ ਹੈ ਤੇ ਫਿਰ ਉਹਨੂੰ ਤੂੰ 3 ਕਹਿ ਰਿਹਾ, ਉਸੇ ਨੂੰ 2 ਕਹਿ ਰਿਹਾ, ਉਸੇ ਨੂੰ 4 ਕਹਿ ਰਿਹਾ, ਇਹ ਕੀ ਗੱਲ ਹੈ? ਮਣੀ ਤਾਂ ਇੱਕੋ ਹੀ ਹੈ। ਤੂੰ ਜਦੋਂ ਚੁੱਕਦਾ ਕਿੰਨੀਆਂ ਹੁੰਦੀਆਂ? ਕਹਿੰਦਾ ਜੀ ਇੱਕੋ ਹੀ ਹੁੰਦੀ ਹੈ। ਤੇ ਕਹਿੰਦੇ ਜਦੋਂ ਗਿਣ ਕੇ ਬਾਹਰ ਰੱਖਦਾ ਉਦੋਂ 3-4 ਕਿਉਂ ਕਹਿਣਾ? ਕਹਿੰਦੇ ਪ੍ਰਮਾਤਮਾ ਇੱਕ ਹੈ, ਜਿੰਨੀ ਵਾਰ ਕਿਸੇ ਦੇ ਅਨੁਭਵ ਵਿੱਚ ਆ ਜਾਏ ਉਹ ਉਤਨੀ ਵੇਰੀ ਹੋ ਜਾਂਦਾ ਹੈ। ਕਿਸੇ ਦੇ 2 ਵਾਰੀ ਅਨੁਭਵ ਚ ਆ ਗਿਆ ਤਾਂ 2, ਕਿਸੇ ਦੇ 3 ਵਾਰੀ ਅਨੁਭਵ ਚ ਆ ਗਿਆ ਤਾਂ 3, ਕਿਸੇ ਦੇ 4 ਵਾਰੀ ਅਨੁਭਵ ਚ ਆ ਗਿਆ ਤਾਂ 4। ਜੇ ਉਹ 5 ਵਾਰੀ ਵੀ ਕਿਸੇ ਦੇ ਅਨੁਭਵ ਵਿੱਚ ਆਇਆ ਤੇ ਫਿਰ ਵੀ ਇੱਕ ਹੀ ਰਹਿੰਦਾ ਹੈ। ਅਨੁਭਵ ਕਿਤਨੀ ਵਾਰੀ ਆਉਂਦਾ? ਏਦਾਂ ਸੰਸਾਰ ਦੇ ਸਮਸਤ ਜੀਵਾਂ ਵਿੱਚ ਵੇਖ ਕੇ ਅਨੇਕ ਰੂਪ ਹੋ ਕੇ ਅਨੁਭਵ ਆਇਆ ਵੀ ਉਹ ਤਾਂ ਹਜ਼ਾਰਾਂ ਰੂਪ ਧਾਰਨ ਕਰੀ ਬੈਠਾ ਹੈ, ਲੱਖਾਂ ਰੂਪ ਧਾਰਨ ਕਰੀ ਬੈਠਾ ਹੈ। ਲੱਖਾਂ ਵਾਰੀ ਅਨੁਭਵ ਵਿੱਚ ਆਇਆ ਤੇ ਲੱਖਾਂ ਵਾਰੀ ਅਨੁਭਵ ਵਿੱਚ ਆਉਣ ਤੋਂ ਬਾਅਦ ਵੀ ਉਹ ਫਿਰ ਵੀ ਇੱਕ ਹੈ। ਜਦੋਂ ਤੂੰ ਮਣੀ ਚੁੱਕਦਾ ਥਾਲ ਚ ਤਾਂ ਇੱਕੋ ਹੀ ਹੁੰਦੀ ਹੈ ਨਾ। ਗਿਣਤੀ ਕਰਕੇ ਤੇਰੇ ਅਨੁਭਵ ਵਿੱਚ 2 ਵਾਰੀ ਆਉਂਦਾ ਤੇ ਤੂੰ 2 ਕਹਿ ਦਿੰਦਾ, 3 ਵਾਰੀ ਆਉਂਦੀ ਆ ਤਾਂ 3 ਕਹਿ ਦਿੰਦਾ। ਇੱਕੋ ਹੈ ਜੋ ਸਰਬ ਥਾਈਂ ਵਿਆਪਕ ਹੈ, ਉਹ ਸਾਰਿਆਂ ਦੇ ਵਿੱਚ ਰਹਿੰਦਾ। ਮਹਾਰਾਜ ਮੈਂ ਤੁਹਾਨੂੰ ਹੀ ਚਾਹੁੰਦਾ ਹਾਂ, ਤੁਮ ਹੀ ਅੱਛਾ, ਤੁਹਾਨੂੰ ਹੀ ਚਾਹੁੰਦਾ ਹਾਂ। ਅਟਲ ਅਖਿਓ ਦੇਵਾ ਮੋਹਨ ਅਲਖ ਅਪਾਰ। ਏ ਮੋਹਨ ਤੂੰ ਅਲਖ ਅਪਾਰ, ਪਾਰਾਵਾਰ ਤੋਂ ਰਹਿਤ ਹੈ, ਤੂੰ ਅਟਲ ਹੈ। ਅਖਿਓ ਦਾ ਮਤਲਬ ਹੁੰਦਾ ਤੂੰ ਨਾਸ਼ ਤੋਂ ਰਹਿਤ ਹੈ। ਦੇਵਾ, ਦੇਵਾ, ਦੇਵਾ ਦਾ ਮਤਲਬ ਪ੍ਰਕਾਸ਼ ਰੂਪ ਹੈ। ਦੇਵਾਧਿਦੇਵ, ਤੂੰ ਦੇਵਾਂ ਦਾ ਵੀ ਦੇਵ, ਅਧਿਦੇਵ, ਪ੍ਰਕਾਸ਼ ਰੂਪ ਹੈ, ਸਰਬ ਥਾਈ ਰਹਿਣ ਵਾਲਾ ਹੈ, ਨਾਸ਼ ਤੋਂ ਰਹਿਤ ਹੈ। ਦਾਨ ਪਾਵੋ ਸੰਤਾ ਸੰਗ, ਨਾਨਕ ਰੇਨ ਦਾਸਾਰਾ। ਮਹਾਰਾਜ ਜੀ ਮੈਂ ਤੁਹਾਡੇ ਚਰਨਾਂ ਚੋਂ ਇਹ ਦਾਨ ਮੰਗਦਾ। ਇੱਕ ਤਾਂ ਮੈਨੂੰ ਇਹ ਦਾਨ ਦਿਓ ਕਿ ਮੈਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋਵੇ। ਦੂਜਾ ਦਾਨ ਮੈਂ ਇਹ ਮੰਗਦਾ ਕਿ ਸੰਤ ਜਨਾਂ ਦੀ ਸੰਗਤ ਕਰਕੇ ਮੈਂ ਉਹਨਾਂ ਦੇ ਚਰਨਾਂ ਦੀ ਰੇਣ ਤੇ ਧੂੜੀ ਬਣ ਕੇ ਰਹਾਂ। ਮਹਾਰਾਜ ਇਹ ਕਿਰਪਾ ਕਰੋ ਕਿ ਸੰਤ ਜਨਾਂ ਦੀ ਸੰਗਤ ਔਰ ਉਹਨਾਂ ਦੇ ਚਰਨਾਂ ਦੀ ਰੇਣ ਤੇ ਧੂੜੀ ਉਹ ਕਿਰਪਾ ਕਰਕੇ ਮੈਨੂੰ ਬਖਸ਼ੋ।